नमस्ते बच्चों, स्वागत है ਤੁਹਾਡਾ ਜਮਾਤ ਨੌਵੀਂ 'ਚ। ਮੈਂ ਸੁਨੀਤਾ ਰਾਣੀ ਅੱਜ ਤੁਹਾਨੂੰ ਕਰਵਾਉਣ ਜਾ ਰਹੀ ਹਾਂ ਆਨੰਦ ਲਾਲ ਨੂਰਪੁਰੀ ਜੀ ਦੇ ਦੁਆਰਾ ਲਿਖੀ ਹੋਈ ਕਵਿਤਾ ਮਾਤਾ ਗੁਜਰੀ ਨੂੰ ਜਿਉਂਦੇ ਭਗਵਾਨ ਅਤੇ ਰਾਵੀ ਦੀ ਚਨਾ। ਲੇਕਿਨ ਉਸ ਤੋਂ ਪਹਿਲਾਂ ਆਪਾਂ ਕਰ ਲੈਂਦੇ ਹਾਂ ਕਵੀ ਬਾਰੇ ਇੱਕ ਛੋਟੀ ਜਿਹੀ ਜਾਣ ਪਹਿਚਾਣ। ਨੰਦ ਲਾਲ ਨੂਰਪੁਰੀ ਦਾ ਜਨਮ ਜ਼ਿਲ੍ਹਾ ਲਾਇਲਪੁਰ ਪਾਕਿਸਤਾਨ ਵਿੱਚ ਹੋਇਆ। ਉਹਨਾਂ ਨੇ ਆਪਣਾ ਬਹੁਤ ਸਮਾਂ ਜਲੰਧਰ ਵਿੱਚ ਬਿਤਾਇਆ। ਉਹ ਇੱਕ ਫੱਕਰ ਕਵੀ ਸਨ। ਉਹਨਾਂ ਨੇ ਬਹੁਤ ਸਾਰਾ ਲੋਕ ਕਾਵਿ ਰਚਿਆ। ਉਹਨਾਂ ਦੇ ਕੁਝ ਗੀਤ ਬਹੁਤ ਮਸ਼ਹੂਰ ਹਨ, ਜਿਵੇਂ ਇੱਥੋਂ ਉੜ ਜਾ ਭੋਲਿਆ ਪੰਛੀਆ, ਚੁੰਮ ਚੁੰਮ ਰੱਖੋ ਨੀਏ ਕਲਗੀ ਜੁਝਾਰਦੀ ਅਤੇ ਕਾਨੂੰ ਵੇ ਪਿਪਲਾ ਖੜ ਖੜ ਲਾਈਆ ਆਦਿ। ਉਹਨਾਂ ਦੀਆਂ ਬਹੁਤੀਆਂ ਕਵਿਤਾਵਾਂ ਪੰਜਾਬ ਬੋਲੀਆਂ ਨਾਂ ਹੇਠ ਛਪੀ ਕਿਤਾਬ ਵਿੱਚ ਦਰਜ ਹਨ। ਚਲੋ ਬੱਚਿਓ ਕਰਦੇ ਹਾਂ ਉਹਨਾਂ ਦੁਆਰਾ ਲਿਖੀ ਹੋਈ ਕਵਿਤਾ ਮਾਤਾ ਗੁਜਰੀ ਨੂੰ। ਇਸ ਦੇ ਵਿੱਚ ਮਾਤਾ ਗੁਜਰੀ ਜੀ ਦੀ ਉਸ ਮਨੋਦਸ਼ਾ ਦਾ ਵਰਣਨ ਕੀਤਾ ਹੋਇਆ ਹੈ ਜੋ ਕਿ ਉਹ ਆਪਣੇ ਜਿਹੜੇ ਦੋ ਅੱਖ ਦੇ ਤਾਰੇ ਆਪਣੇ ਜਿਹੜੇ ਪੋਤਰੇ ਸੀਗੇ ਉਹਨਾਂ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਹੁੰਦੇ ਹੈ। ਤਾਂ ਚਲੋ ਕਰਦੇ ਹਾਂ ਇਸ ਕਵਿਤਾ ਨੂੰ। ਅੱਧੀ ਰਾਤ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ। ਕਵੀ ਕਹਿੰਦੇ ਹਨ ਕਿ ਅੱਧੀ ਰਾਤ ਵੇਲੇ ਮਾਤਾ ਗੁਜਰੀ ਬੈਠ ਕੇ ਆਪਣੇ ਸ਼ਹੀਦ ਹੋ ਚੁੱਕੇ ਪੋਤਰਿਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦੇ ਵਿਛੋੜੇ ਦੇ ਸੱਲ ਨੂੰ ਘੋੜੀਆਂ ਗਾ ਕੇ ਪ੍ਰਗਟ ਕਰਦੀ ਹੋਈ ਕਹਿ ਰਹੀ ਸੀ, ਅੱਖੀਆਂ ਦੇ ਤਾਰਿਆਂ ਦਾ ਮੈਨੂੰ ਚਾਨਣਾ ਨਜ਼ਰ ਨਾ ਆਵੇ। ਕਿ ਉਸ ਨੂੰ ਅੱਜ ਆਪਣੀਆਂ ਅੱਖਾਂ ਦੇ ਤਾਰਿਆਂ ਦਾ ਚਾਨਣਾ ਨਜ਼ਰ ਨਹੀਂ ਆ ਰਿਹਾ। ਨੀ ਕੱਲ੍ਹ ਜਦੋਂ ਸੌਣ ਲੱਗੀ ਮੇਰੇ ਕੋਲ ਹੀਰਿਆਂ ਦੀ ਜੋੜੀ, ਪਿੰਡਿਆਂ 'ਤੇ ਹੱਥ ਫੇਰ ਕੇ ਮੈਂ ਆਖਿਆ ਵੰਡੂੰਗੀ ਲੋਹੜੀ। ਅਤੇ ਫਿਰ ਉਹ ਕਹਿੰਦੇ ਹਨ ਕਿ ਕੱਲ੍ਹ ਜਦੋਂ ਉਹ ਹੀਰਿਆਂ ਦੀ ਜੋੜੀ ਮੇਰੇ ਕੋਲ ਸੌਣ ਲੱਗੀ ਸੀ ਤਾਂ ਮੈਂ ਉਹਨਾਂ ਦੇ ਪਿੰਡਿਆਂ ਉੱਤੇ ਹੱਥ ਫੇਰ ਕੇ ਕਿਹਾ ਸੀ ਕਿ ਮੈਂ ਥੋੜ੍ਹੇ ਦਿਨਾਂ ਨੂੰ ਉਹਨਾਂ ਦੀ ਲੋਹੜੀ ਵੰਡਣੀ ਹੈ, ਪਰ ਅੱਜ ਉਹ ਮੇਰੇ ਕੋਲੋਂ ਸਦਾ ਲਈ ਚਲੇ ਗਏ ਹਨ। ਢਿੱਡ ਦਾ ਸੇਕ ਬੁਰਾ ਨਹੀਂ ਮੈਥੋਂ ਝੱਲਿਆ ਨਾ ਜਾਵੇ। ਅੱਧੀ ਰਾਤ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ। ਮੇਰੇ ਢਿੱਡ ਵਿੱਚ ਉਹਨਾਂ ਲਈ ਵਾਤਸਲ ਪਿਆਰ ਹੈ, ਜਿਸ ਕਰਕੇ ਵਿਛੋੜੇ ਨੂੰ ਸਹਿਣਾ ਮੇਰੇ ਲਈ ਬਹੁਤ ਹੀ ਔਖਾ ਹੋ ਗਿਆ ਹੈ। ਸੁਪਨਾ ਸੱਚ ਹੋ ਗਿਆ, ਮੇਰੇ ਨਾਲ ਝਗੜ ਪਈ ਹੋਣੀ, ਇੱਟ ਉੱਤੇ ਇੱਟ ਰੱਖ ਕੇ ਤੇਰੇ ਹੀਰਿਆਂ ਦੀ ਚਮਕ ਲਗਾਉਣੀ। ਅੱਧੀ ਰਾਤ ਵੇਲੇ ਮਾਤਾ ਗੁਜਰੀ ਬੈਠ ਕੇ ਆਪਣੇ ਸ਼ਹੀਦ ਹੋ ਚੁੱਕੇ ਪੋਤਰਿਆਂ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦੇ ਵਿਛੋੜੇ ਦੇ ਸੱਲ ਨੂੰ ਘੋੜੀਆਂ ਗਾਉਂਦੀ ਹੋਈ ਪ੍ਰਗਟ ਕਰਦੀ ਹੋਈ ਕਹਿੰਦੀ ਹੈ ਕਿ ਅੱਜ ਤਾਂ ਉਸ ਦਾ ਉਹ ਨੈਸ਼ ਸੁਪਨਾ ਸੱਚ ਹੋ ਗਿਆ ਜਿਸ ਵਿੱਚ ਉਸ ਨਾਲ ਹੋਣੀ ਝਗੜ ਪਈ ਸੀ, ਅਤੇ ਕਹਿਣ ਲੱਗੀ ਸੀ ਕਿ ਉਸਨੇ ਉਸਦੇ ਹੀਰਿਆਂ ਵਰਗੇ ਪੋਤਿਆਂ ਦੀ ਚਮਕ ਨੂੰ ਉੱਪਰ ਹੇਠ ਇੱਟਾਂ ਚਿਣ ਕੇ ਲੁਕੋ ਦੇਣਾ ਹੈ। ਨੀ ਛਾਤੀ ਨਾਲ ਮੈਂ ਲਾਏ ਜਾਂ ਉਹ ਉਛਲੀ ਭਰਨ ਕਲਾਵੇ। ਅੱਧੀ ਰਾਤ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ। ਜਦੋਂ ਉਹ ਉਸਦੇ ਪੋਤਰਿਆਂ ਨੂੰ ਖੋਹਣ ਲੱਗੀ, ਕੌਣ ਹੋਣੀ, ਠੀਕ ਹੈ, ਤਾਂ ਉਹ ਜਦੋਂ ਉਸ ਵੱਲ ਉਛਲੀ ਅਤੇ ਕਲਾਵਾਂ ਭਰਨ ਲੱਗੀ ਸੀ ਤਾਂ ਉਸ ਨੇ ਉਹਨਾਂ ਨੂੰ ਬਚਾਉਣ ਲਈ ਆਪਣੀ ਛਾਤੀ ਨਾਲ ਲਾ ਲਿਆ ਸੀ। ਇੱਕ ਦਿਨ ਪੁੱਛਦੇ ਸੀ ਦਾਦੀ ਪਿਤਾ ਜੀ ਕੋਲ ਕਦ ਜਾਣਾ, ਐਤਕੀ ਤਾਂ ਰੱਜ ਰੱਜ ਕੇ ਅਸੀਂ ਹੱਸ ਹੱਸ ਗੱਲ ਲੱਗ ਜਾਣਾ। ਅਤੇ ਫਿਰ ਮਾਤਾ ਗੁਜਰੀ ਕਹਿੰਦੀ ਹੈ ਕਿ ਇੱਕ ਦਿਨ ਉਸਦੇ ਦੋਵੇਂ ਪੋਤਰੇ ਪੁੱਛ ਰਹੇ ਸਨ ਕਿ ਉਹਨਾਂ ਨੇ ਆਪਣੇ ਸ਼ਹੀਦ ਹੋ ਚੁੱਕੇ ਦਾਦਾ ਗੁਰਤੇਗ ਬਹਾਦਰ ਜੀ ਕੋਲ ਕਦੋਂ ਜਾਣਾ ਹੈ, ਅਤੇ ਜਦੋਂ ਉਹਨਾਂ ਕੋਲ ਜਾਣਗੇ ਤਾਂ ਉਹ ਹੱਸ ਹੱਸ ਕੇ ਰੱਜ ਰੱਜ ਕੇ ਉਹਨਾਂ ਦੇ ਗਲੇ ਲੱਗਣਗੇ। ਇੱਕ ਇੱਕ ਬੋਲ ਚੰਦਰਾ ਨੇ ਮੇਰੇ ਧੂ ਕਾਲਜੇ ਨੂੰ ਪਾਵੇ। ਅੱਧੀ ਰਾਤ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ। ਅਤੇ ਫਿਰ ਉਹ ਕਹਿੰਦੀ ਹੈ ਕਿ ਉਹਨਾਂ ਦੀ ਇੱਕ ਇੱਕ ਗੱਲ ਜਿਹੜੀ ਹੈ ਉਹ ਉਸਦੇ ਕਲੇਜੇ ਨੂੰ ਧੂੰਦੀ ਜਾ ਰਹੀ ਹੈ, ਪਰ ਅੱਜ ਉਹ ਉਸਦੇ ਕੋਲ ਨਹੀਂ ਹਨ ਕਿਉਂਕਿ ਉਹ ਸ਼ਹੀਦ ਹੋ ਚੁੱਕੇ ਹਨ। ਕੱਲ੍ਹ ਮੇਰੇ ਕੋਲ ਵਸਦੇ ਅੱਜ ਨਜ਼ਰ ਕਿਤੇ ਨਾ ਆਵੇ। ਫਿਰ ਉਹ ਕਹਿੰਦੀ ਹੈ ਕਿ ਉਹ ਕੱਲ੍ਹ ਉਹਨਾਂ ਦੇ ਕੋਲ ਵਸਦੇ ਸਨ, ਪਰ ਅੱਜ ਉਹ ਦਿਖਾਈ ਨਹੀਂ ਦੇ ਰਹੇ। ਨਿੱਕੇ ਨਿੱਕੇ ਉਧਰੇ ਹੋਏ ਕਿਹਨੂੰ ਹੋਣਗੇ ਦਰਦ ਸੁਣਾਉਂਦੇ। ਉਧਰੇ ਮੀਨਸ ਉਦਾਸ ਹੋਏ। ਅਤੇ ਫਿਰ ਉਹ ਕਹਿੰਦੀ ਹੈ ਕਿ ਮੇਰੇ ਪੋਤਰੇ ਪਤਾ ਨਹੀਂ ਕਿੰਨੇ ਕੁ ਉਦਾਸ ਹਨ ਅਤੇ ਕਿਸ ਨੂੰ ਆਪਣਾ ਦੁੱਖ ਜਿਹੜਾ ਹੈ ਉਹ ਸੁਣਾ ਰਹੇ ਹੋਣਗੇ। ਵੇ ਲੱਭ ਤੇ ਸਹੀ ਨੂਰਪੁਰੀ, ਮੇਰੇ ਨੈਣਾਂ ਨੂੰ ਨੀਂਦ ਨਾ ਆਵੇ। ਅੱਧੀ ਰਾਤ ਮਾਂ ਗੁਜਰੀ
ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ। ਤੇ ਫਿਰ ਉਹ ਕਹਿੰਦੀ ਹੈ ਕਿ ਸ਼ਾਇਦ ਕੋਈ ਉਹਨਾਂ ਦਾ ਦਰਦ ਸੁਣਨ ਵਾਲਾ ਹੈ ਵੀ ਜਾਂ ਨਹੀਂ, ਕੋਈ ਉਹਨਾਂ ਨੂੰ ਲੱਭ ਕੇ ਲਿਆਉਣ ਦੀ ਕੋਸ਼ਿਸ਼ ਕਰੇ, ਕਿਉਂਕਿ ਉਹਨਾਂ ਤੋਂ ਬਿਨਾਂ ਮੇਰੀਆਂ ਅੱਖਾਂ ਦੇ ਵਿੱਚ ਨੀਂਦ ਨਹੀਂ ਆ ਰਹੀ ਹੈ। ਤਾਂ ਇਹ ਬਹੁਤ ਹੀ ਜਿਹੜੇ ਦਿਲ ਨੂੰ ਜਿਹੜੀ ਹੈ ਛੂਹ ਲੈਣ ਵਾਲੀ ਕਵਿਤਾ ਸੀ, ਜੋ ਕਿ ਮਾਤਾ ਗੁਜਰੀ ਦੀ ਮਨੋਦਸ਼ਾ ਦਾ ਵਰਣਨ ਕਰਦੀ ਹੈ ਉਸਦੇ 2 ਪੋਤਰਿਆਂ ਦੀ ਸ਼ਹੀਦੀ ਤੋਂ ਬਾਅਦ। ਤਾਂ ਫਿਰ ਇਸ ਕਵਿਤਾ ਦਾ ਕੇਂਦਰੀ ਭਾਵ ਕੀ ਹੋਇਆ? ਮਾਤਾ ਗੁਜਰੀ ਨੇ ਆਪਣੇ ਪਿਆਰੇ ਪੋਤਰਿਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਨੂੰ ਸ਼ਹੀਦ ਕੀਤੇ ਜਾਣ ਤੇ ਦੁੱਖ ਨੂੰ ਘੋੜੀਆਂ ਗਾ ਕੇ ਪ੍ਰਗਟ ਕੀਤਾ ਸੀ। ਤਾਂ ਬੱਚੋ, ਇਸ ਵਿੱਚ ਆਏ ਹੋਏ ਕੁਝ ਜਿਹੜੇ ਪ੍ਰਸ਼ਨ ਹੈ ਉਹਨਾਂ ਨੂੰ ਅਸੀਂ ਡਿਸਕਸ ਕਰਦੇ ਹਾਂ। ਇਹ ਮਾਤਾ ਗੁਜਰੀ ਕਵਿਤਾ ਦਾ ਰਚਨਹਾਰ ਕੌਣ ਹੈ? ਮਾਤਾ ਗੁਜਰੀ ਕਵਿਤਾ ਦਾ ਰਚਨਹਾਰ ਨੰਦ ਲਾਲ ਨੂਰਪੁਰੀ ਹੈ। ਮਾਤਾ ਗੁਜਰੀ ਜੀ ਕਿਸ ਦੇ ਮਾਤਾ ਜੀ ਸਨ? ਗੁਰੂ ਗੋਬਿੰਦ ਸਿੰਘ ਜੀ ਦੇ। ਮਾਤਾ ਗੁਜਰੀ ਦੀ ਕਿਹੜੇ ਚੰਦਾਂ ਦੀਆਂ ਘੋੜੀਆਂ ਗਾ ਰਹੀ ਸੀ? ਛੋਟੇ ਸਾਹਿਬਜ਼ਾਦਾ ਦੀਆਂ। ਮਾਤਾ ਗੁਜਰੀ ਜੀ ਕਿਸ ਦੇ ਸ਼ਹੀਦ ਹੋਣ 'ਤੇ ਉਦਾਸ ਹਨ? ਮਾਤਾ ਗੁਜਰੀ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋ ਜਾਣ 'ਤੇ ਉਦਾਸ ਹਨ। ਮਾਤਾ ਗੁਜਰੀ ਜੀ ਲਈ ਕੀ ਸਹਿਣਾ ਔਖਾ ਹੈ? ਮਾਤਾ ਗੁਜਰੀ ਜੀ ਦੇ ਲਈ ਸਾਹਿਬਜ਼ਾਦਿਆਂ ਦਾ ਵਿਛੋੜਾ ਸਹਿਣਾ ਔਖਾ ਹੈ। ਛੋਟੇ ਸਾਹਿਬਜ਼ਾਦੇ ਕਿਸ ਤਰ੍ਹਾਂ ਸ਼ਹੀਦ ਕੀਤੇ ਗਏ? ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਗਏ। ਬੱਚਿਆਂ ਨੇ ਸ਼ਹੀਦ ਹੋ ਕੇ ਕਿੱਥੇ ਜਾਣਾ ਹੈ? ਬੱਚਿਆਂ ਨੇ ਸ਼ਹੀਦ ਹੋ ਕੇ ਆਪਣੇ ਦਾਦੇ ਕੋਲ ਜਾਣਾ ਹੈ। ਮਾਤਾ ਗੁਜਰੀ ਗੀਤ ਵਿੱਚ ਕਿਹੋ ਜਿਹੇ ਭਾਵ ਅੰਕਿਤ ਹਨ? ਮਾਤਾ ਗੁਜਰੀ ਗੀਤ ਵਿੱਚ ਕਰੁਣਾਮਈ ਭਾਵ ਅੰਕਿਤ ਹਨ। ਛੋਟੇ ਸਾਹਿਬਜ਼ਾਦਿਆਂ ਦੇ ਦਾਦਾ ਜੀ ਕੌਣ ਸਨ? ਛੋਟੇ ਸਾਹਿਬਜ਼ਾਦਿਆਂ ਦੇ ਦਾਦਾ ਜੀ ਗੁਰੂ ਤੇਗ ਬਹਾਦਰ ਜੀ ਸਨ। ਤੇ ਆਓ ਬੱਚਿਓ ਕਰਦੇ ਹਾਂ ਹੁਣ ਆਪਾਂ ਨੰਦ ਲਾਲ ਨੂਰਪੁਰੀ ਜੀ ਦੀ ਲਿਖੀ ਹੋਈ ਦੂਜੀ ਕਵਿਤਾ ਜਿਉਂਦੇ ਭਗਵਾਨ। ਇਸ ਦੇ ਵਿੱਚ ਕਵੀ ਨੇ ਆਮ ਮਨੁੱਖ ਨੂੰ ਬੇਨਤੀ ਕੀਤੀ ਹੈ ਕਿ ਉਹ ਜਿਹੜੀ ਉਸ ਭਗਵਾਨ ਨੂੰ ਮੰਨੇ ਜਿਹੜਾ ਕਿ ਜਿਉਂਦਾ ਹੈ, ਨਾ ਕਿ ਉਸ ਭਗਵਾਨ ਨੂੰ ਜਿਸ ਨੂੰ ਉਹਨਾਂ ਨੇ ਕਦੇ ਵੇਖਿਆ ਹੀ ਨਹੀਂ ਹੈ, ਕਿਉਂਕਿ ਇਹ ਉਹ ਜਿਉਂਦਾ ਇਨਸਾਨ ਹੈ ਜੋ ਕਿ ਉਹਨਾਂ ਦੇ ਦੇਸ਼ ਦੀ ਰਾਖੀ ਦੇ ਲਈ ਆਪਣੀ ਜਾਨ ਵਾਰ ਦਿੰਦਾ ਹੈ, ਜਿਨ੍ਹਾਂ ਦੇ ਬੁੱਢੇ ਮਾਂ ਬਾਪ ਉਹਨਾਂ ਨੂੰ ਉਡੀਕ ਰਹੇ ਹਨ, ਪਰ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦੇ ਗੱਭਰੂ ਪੁੱਤ ਜਿਹੜੇ ਹੈ ਦੇਸ਼ ਦੀ ਸੁਰੱਖਿਆ ਕਰਦੇ ਹੋਏ ਜਿਹੜੇ ਸ਼ਹੀਦ ਹੋ ਗਏ ਹਨ। ਅਤੇ ਉਹਨਾਂ ਦੀਆਂ ਜਿਹੜੀਆਂ ਪਤਨੀਆਂ ਹੈ ਉਹਨਾਂ ਦੇ ਜਿਹੜੇ ਸੁਪਨੇ ਹੈ ਨਰੋਏ ਹਨ, ਔਰ ਉਹਨਾਂ ਦੇ ਜਿਹੜਾ ਹੈ ਸੁਪਨੇ ਨਰੋਏ ਹਨ ਅਤੇ ਪੂਰੇ ਨਹੀਂ ਹੋਏ, ਲੇਕਿਨ ਉਹਨਾਂ ਨੂੰ ਵੀ ਨਹੀਂ ਪਤਾ ਕਿ ਉਹਨਾਂ ਦੇ ਜਿਹੜੇ ਪਤੀ ਹੈ ਉਹ ਸ਼ਹੀਦ ਹੋ ਗਏ ਹਨ। ਠੀਕ ਹੈ, ਫਿਰ ਉਹ ਕਹਿੰਦੇ ਆ ਕਿ ਜਿਉਣਾ ਕੌਣ ਨਹੀਂ ਚਾਹੁੰਦਾ? ਹਰ ਕੋਈ ਜਿਉਣਾ ਚਾਹੁੰਦਾ ਹੈ, ਔਰ ਇਸ ਜੀਵਨ ਨੂੰ ਜਿਉਣ ਦੇ ਲਈ ਬੰਦਾ ਪਤਾ ਨਹੀਂ ਕਿੰਨੇ ਯਤਨ ਕਰਦਾ ਹੈ, ਕਿੰਨੀ ਮਿਹਨਤ ਕਰਦਾ ਹੈ, ਕਿੰਨੇ ਪਾਪੜ ਵੇਲਦਾ ਹੈ। ਠੀਕ ਹੈ, ਲੇਕਿਨ ਕਹਿੰਦੇ ਜੀਣਾ ਉਸ ਬੰਦੇ ਦਾ ਜੀਣਾ ਹੈ ਜੋ ਸਿਰਫ ਆਪਣੇ ਲਈ ਨਹੀਂ, ਬਲਕਿ ਜੋ ਆਪਣੀ ਜ਼ਿੰਦਗੀ ਦੇ ਵਿੱਚ ਆਏ ਹੋਏ ਵੱਡੇ ਵੱਡੇ ਤੂਫਾਨਾਂ ਨੂੰ ਰੋਕਦਾ ਹੈ, ਅਤੇ ਉਹਨਾਂ ਤੂਫਾਨਾਂ ਨੂੰ ਰੋਕ ਕੇ ਜਿਹੜੇ ਸ਼ੇਰਾਂ ਦੀ ਛਾਤੀ ਉੱਤੇ ਬਹਿ ਕੇ ਜਿਹੜੇ ਮੌਤ ਮੰਗਦੇ ਹਨ ਅਤੇ ਆਪਣੇ ਦੇਸ਼ ਦੀ ਸੁਰੱਖਿਆ ਕਰਦੇ ਹੋਏ ਖੂਨ ਦੀਆਂ ਨਦੀਆਂ ਜਿਹੜੀਆਂ ਹਨ ਉਹਨਾਂ ਦੇ ਵਿੱਚ ਆਪਣੀ ਗੋਰੀ ਚਮੜੀ ਨੂੰ ਰੰਗ ਦਿੰਦੇ ਹਨ। ਤਾਂ ਚਲੋ ਕਰਦੇ ਹਾਂ ਆਪਾਂ ਇਸ ਕਵਿਤਾ ਨੂੰ ਜਿਉਂਦੇ ਭਗਵਾਨ। ਉਹ ਦੁਨੀਆ ਦੇ ਬੰਦਿਓ ਪੁੱਛੋ, ਉਹਨਾਂ ਨੇਕ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ। ਕਵੀ ਕਹਿੰਦਾ ਕਿ ਹੇ ਦੁਨੀਆ ਦੇ ਲੋਕੋ, ਤੁਸੀਂ ਉਹਨਾਂ ਨੇਕ ਇਨਸਾਨਾਂ ਦੀ ਪੂਜਾ ਕਰੋ ਜਿਹੜੇ ਦੇਸ਼ ਦੀ ਖਾਤਰ ਆਪਣੀਆਂ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਕੁਰਬਾਨ ਕਰ ਗਏ ਹਨ। ਸਰੂਆਂ ਵਰਗੇ, ਸੋਨੇ ਵਰਗੇ, ਹੀਰੇ ਪੁੱਤਰ ਮਾਵਾਂ ਦੇ, ਚਾਅ ਚੀਨਾਂ ਦੇ ਮਿਲਣ ਵਾਸਤੇ ਰੋਂਦੇ ਭੈਣ ਭਰਾਵਾਂ ਦੇ, ਬੁੱਢੇ ਬਾਪੂ ਖੜੇ ਉਡੀਕਣ ਗੱਭਰੂ ਪੁੱਤ ਜਵਾਨਾਂ ਨੂੰ। ਉਹ ਦੁਨੀਆ ਦੇ ਬੰਦਿਓ ਪੁੱਛੋ ਉਹਨਾਂ ਨੇਕ ਇਨਸਾਨਾਂ ਨੂੰ। ਫਿਰ ਅੱਗੇ ਕਵੀ ਕਹਿੰਦਾ ਕਿ ਹੇ ਦੁਨੀਆ ਦੇ ਲੋਕੋ, ਤੁਸੀਂ ਮਾਵਾਂ ਦੇ ਸਰੂਆਂ ਵਰਗੇ ਜਿਹੜੇ ਅਤੇ ਜਿਹੜੇ ਸੋਨੇ ਵਰਗੇ ਅਤੇ ਹੀਰਿਆਂ ਵਰਗੇ ਉਹਨਾਂ ਪੁੱਤਰਾਂ ਦੀ ਪੂਜਾ ਕਰੋ ਜਿਹੜੇ ਦੇਸ਼ ਲਈ ਕੁਰਬਾਨ ਹੋ ਗਏ ਹਨ। ਹੇ ਦੁਨੀਆ ਦੇ ਲੋਕੋ, ਤੁਸੀਂ ਉਹਨਾਂ ਦੀ ਪੂਜਾ ਕਰੋ ਜਿਨ੍ਹਾਂ ਦੇਸ਼ ਉੱਪਰੋਂ ਕੁਰਬਾਨ ਹੋਣ ਵਾਲੀਆਂ
ਦੇ ਭੈਣ ਭਰਾਵਾਂ ਦੇ ਚਾਅ ਉਹਨਾਂ ਨੂੰ ਮਿਲਣ ਲਈ ਰੋ ਰਹੇ ਹਨ। ਜਿਨ੍ਹਾਂ ਗੱਭਰੂ ਪੁੱਤਰਾਂ ਦੇ ਬੁੱਢੇ ਬਾਪ ਖੜੇ ਉਹਨਾਂ ਨੂੰ ਉਡੀਕ ਰਹੇ ਹਨ, ਪਰ ਉਹ ਦੇਸ਼ ਦੀ ਖਾਤਰ ਜਾਨਾਂ ਵਾਰ ਗਏ ਹਨ ਅਤੇ ਕਦੇ ਵੀ ਮੁੜ ਵਾਪਿਸ ਨਹੀਂ ਆਉਣਗੇ। ਕਦੀ ਨਾਰਾਂ ਦੇ ਫੁੱਲਾਂ ਵਰਗੇ ਹਾਲੇ ਰੂਪ ਨਰੋਏ ਹਨ। ਕਵੀ ਕਹਿੰਦਾ ਹੈ ਕਿ ਦੇਸ਼ ਦੀ ਖਾਤਰ ਜਾਨਾਂ ਵਾਰਨ ਵਾਲਿਆਂ ਵਿੱਚ ਉਹ ਗੱਭਰੂ ਵੀ ਸ਼ਾਮਿਲ ਹਨ ਜਿਨ੍ਹਾਂ ਦੀਆਂ ਨਾਰਾਂ ਦੇ ਰੂਪ ਅਜੇ ਤੱਕ ਫੁੱਲਾਂ ਵਰਗੇ ਨਰੋਏ ਹਨ। ਸ਼ਗਨਾਂ ਦੇ ਹੱਥਾਂ ਵਿੱਚ ਗਾਨੇ ਚਾਅ ਨਾ ਪੂਰੇ ਹੋਏ ਹਨ। ਜਿਨ੍ਹਾਂ ਦੇ ਹੱਥਾਂ ਵਿੱਚ ਅਜੇ ਸ਼ਗਨਾਂ ਦੇ ਗਾਨੇ ਬੱਧੇ ਹੋਏ ਹਨ, ਉਹਨਾਂ ਦੇ ਚਾਅ ਅਜੇ ਪੂਰੇ ਵੀ ਨਹੀਂ ਹੋਏ ਸਨ। ਦਿਲ ਦੇ ਵਿੱਚ ਲੁਕੋਈ ਬੈਠੀਆਂ ਲੱਖਾਂ ਹੀ ਅਰਮਾਨਾਂ ਨੂੰ ਉਹ ਦੁਨੀਆ ਦੇ ਬੰਦਿਓ ਪੁੱਛੋ ਉਹਨਾਂ ਨੇ ਇੱਕ ਇਨਸਾਨਾਂ ਨੂੰ, ਤੇ ਉਹ ਆਪਣੇ ਦਿਲ ਵਿੱਚ ਲੱਖਾਂ ਖਾਹਿਸ਼ਾਂ ਲੁਕਾਈ ਬੈਠੀਆਂ ਹਨ। ਹੇ ਦੁਨੀਆ ਦੇ ਲੋਕੋ, ਤੁਸੀਂ ਅਜਿਹੇ ਕੁਰਬਾਨੀ ਦੇ ਪੁਤਲਿਆਂ ਦੀ ਪੂਜਾ ਕਰੋ। ਕਿਹਨੂੰ ਨਹੀਂ ਜੀਵਨ ਦੀਆਂ ਲੋੜਾਂ, ਹਰ ਕੋਈ ਜਿਉਣਾ ਚਾਹੁੰਦਾ ਹੈ। ਦੁਨੀਆ ਉੱਪਰ ਕਿਹੜਾ ਅਜਿਹਾ ਮਨੁੱਖ ਹੈ ਜਿਸ ਨੂੰ ਜੀਵਨ ਦੀ ਜ਼ਰੂਰਤ ਨਹੀਂ। ਹਰ ਮਨੁੱਖ ਜੀਵਨ ਜਿਉਣਾ ਚਾਹੁੰਦਾ ਹੈ। ਤਰ੍ਹਾਂ ਤਰ੍ਹਾਂ ਦੇ ਇਸ ਜੀਵਨ ਵਿੱਚ ਲਈ ਬੰਦਾ ਜਾਲ ਵਿਛਾਉਂਦਾ ਹੈ। ਬੰਦਾ ਜਿਉਂਦੇ ਰਹਿਣ ਲਈ ਤਰ੍ਹਾਂ ਤਰ੍ਹਾਂ ਦੇ ਪਾਪੜ ਵੇਲਦਾ ਹੈ। ਜਿਉਣਾ ਉਸ ਬੰਦੇ ਦਾ ਜਿਉਣਾ, ਰੋਕੇ ਜੋ ਤੂਫਾਨਾਂ ਨੂੰ, ਉਹ ਦੁਨੀਆ ਦੇ ਬੰਦਿਓ ਪੁੱਛੋ ਉਹਨਾਂ ਨੇਕ ਇਨਸਾਨਾਂ ਨੂੰ। ਫਿਰ ਉਹ ਕਹਿੰਦੇ, ਹੇ ਦੁਨੀਆ ਦੇ ਲੋਕੋ, ਤੁਸੀਂ ਉਹਨਾਂ ਨੇਕ ਇਨਸਾਨਾਂ ਦੀ ਪੂਜਾ ਕਰੋ ਜੋ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਗਏ। ਅਸਲ ਵਿੱਚ ਇਹੀ ਬੰਦਿਆਂ ਦਾ ਜੀਣਾ ਜਿਹੜਾ ਹੈ ਅਸਲ ਜੀਣਾ ਅਖਵਾਉਂਦਾ ਹੈ, ਜੋ ਕਿ ਵੱਧਦੇ ਹੋਏ ਤੂਫਾਨ ਨੂੰ ਰੋਕਦਾ ਹੈ। ਸ਼ੇਰਾਂ ਦੀ ਛਾਤੀ 'ਤੇ ਬਹਿ ਕੇ ਮੌਤ ਜਿਨ੍ਹਾਂ ਨੇ ਮੰਗੀ ਸੀ, ਖੂਨ ਦੀਆਂ ਨਦੀਆਂ ਵਿੱਚ ਡੁੱਬ ਕੇ ਗੋਰੀ ਚਮੜੀ ਰੰਗੀ ਸੀ। ਫਿਰ ਅੱਗੋਂ ਕਵੀ ਕਹਿੰਦਾ ਕਿ ਹੇ ਦੁਨੀਆ ਦੇ ਲੋਕੋ, ਤੁਸੀਂ ਦੇਸ਼ ਦੀ ਖਾਤਰ ਜਾਨਾਂ ਵਾਰਨ ਵਾਲੇ ਉਹਨਾਂ ਕੁਰਬਾਨੀ ਦੇ ਪੁਤਲਿਆਂ ਨੂੰ ਪੂਜੋ ਜਿਨ੍ਹਾਂ ਨੇ ਸ਼ੇਰਾਂ ਵਰਗੇ ਖੂੰਖਾਰ ਸਾਮਰਾਜੀ ਦੁਸ਼ਮਣਾਂ ਦੀ ਛਾਤੀ ਉੱਤੇ ਬੈਠ ਕੇ ਆਪ ਹੀ ਮੌਤ ਮੰਗ ਲਈ, ਅਤੇ ਜਿਨ੍ਹਾਂ ਨੇ ਖੂਨ ਦੀਆਂ ਨਦੀਆਂ ਵਿੱਚ ਡੁਬੋ ਕੇ ਆਪਣੀ ਗੋਰੀ ਚਮੜੀ ਨੂੰ ਰੰਗ ਲਿਆ। ਨਵੇਂ ਦੇਸ਼ ਦੇ ਰੰਗਨ ਚਾੜੇ ਪੁੱਜੋ ਉਹਨਾਂ ਭਗਵਾਨਾਂ ਨੂੰ, ਉਹ ਦੁਨੀਆ ਦੇ ਬੰਦਿਓ ਪੁੱਜੋ ਉਹਨਾਂ ਨੇਕ ਇਨਸਾਨਾਂ ਨੂੰ। ਤੇ ਅੱਗਿਓਂ ਕਹਿੰਦੇ ਹੈ ਕਿ ਹੇ ਦੁਨੀਆ ਦੇ ਲੋਕੋ, ਤੁਸੀਂ ਉਹ ਭਗਵਾਨ ਸਰੂਪ ਨੇਕ ਇਨਸਾਨਾਂ ਦੀ ਪੂਜਾ ਕਰੋ ਜੋ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਹਨ। ਜਿਉਣਾ ਹੁੰਦਾ ਉਸ ਮਰਦ ਦਾ ਕਿਸੇ ਲਈ ਜੋ ਮਰਦਾ ਹੈ। ਕਵੀ ਕਹਿੰਦਾ ਹੈ ਕਿ ਅਸਲ ਵਿੱਚ ਉਸ ਬੰਦੇ ਦਾ ਜਿਉਣਾ ਹੀ ਮਹੱਤਵਪੂਰਨ ਹੁੰਦਾ ਹੈ ਜੋ ਕਿ ਕਿਸੇ ਦੂਸਰੇ ਦੇ ਲਈ ਜਾਨ ਜਿਹੜੀ ਹੈ ਉਹ ਵਾਰਦਾ ਹੈ, ਆਪਣੇ ਦੇਸ਼ ਕੌਮ ਦੀ ਖਾਤਰ ਜੀਵਨ ਅਰਪਣ ਕਰਦਾ ਹੈ ਅਤੇ ਆਪਣੇ ਦੇਸ਼ ਅਤੇ ਕੌਮ ਦੀ ਖਾਤਰ ਆਪਣਾ ਜੀਵਨ ਜਿਹੜਾ ਹੈ ਉਹ ਭੇਟ ਚੜ੍ਹਾ ਦਿੰਦਾ ਹੈ। ਨੂਰਪੁਰੀ ਬੰਦ ਕਰਦੇ ਬੀਬਾ ਝੂਠੀਆਂ ਹੋਰ ਦੁਕਾਨਾਂ ਨੂੰ, ਉਹ ਦੁਨੀਆ ਦੇ ਬੰਦਿਓ ਪੁੱਜੋ ਉਹਨਾਂ ਨੇਕ ਇਨਸਾਨਾਂ ਨੂੰ। ਫਿਰ ਉਹ ਕਹਿੰਦੇ ਹਨ ਕਿ ਸਾਰੇ ਕੰਮ ਝੂਠ ਦੀਆਂ ਦੁਕਾਨਾਂ ਹੀ ਅਖਵਾ ਸਕਦੇ ਹਨ ਅਤੇ ਇਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਹੇ ਦੁਨੀਆ ਦੇ ਲੋਕੋ, ਤੁਸੀਂ ਉਹਨਾਂ ਨੇਕ ਇਨਸਾਨਾਂ ਦੀ ਪੂਜਾ ਕਰੋ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ। ਤਾਂ ਇਹ ਸੀ ਬੜੀ ਹੀ ਸੋਹਣੀ ਕਵਿਤਾ ਜੋ ਕਿ ਨੰਦ ਲਾਲ ਨੂਰਪੁਰੀ ਜੀ ਨੇ ਲਿਖੀ ਸੀ ਅਤੇ ਕਵਿਤਾ ਦਾ ਨਾਂ ਸੀ ਜਿਉਂਦੇ ਭਗਵਾਨ। ਤਾਂ ਜਿਉਂਦੇ ਭਗਵਾਨ ਕਵਿਤਾ ਦਾ ਅੰਤਰੀਵ ਭਾਵ ਕੀ ਹੋ ਸਕਦਾ ਹੈ? ਇਸ ਦਾ ਅੰਤਰੀਵ ਭਾਵ ਹੈ ਕਿ ਦੇਸ਼ ਦੀ ਖਾਤਰ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਬਹੁਤ ਦੁੱਖ ਸਹਿਣੇ ਪੈਂਦੇ ਹਨ, ਪਰ ਅਜਿਹੇ ਸ਼ਹੀਦ ਦਾ ਜੀਵਨ ਹੀ ਅਸਲ ਜੀਵਨ ਕਹਾਉਂਦਾ ਹੈ ਅਤੇ ਅਜਿਹੇ ਵਿਅਕਤੀ ਹੀ ਪੂਜਣ ਦੇ ਲਾਇਕ ਹੁੰਦੇ ਹਨ। ਤਾਂ ਬੱਚਿਓ, ਇਸ ਦੀ ਦੁਹਰਾਈ ਲਈ ਆਪਾਂ ਕਰ ਲੈਂਦੇ ਹਾਂ ਇਸ ਵਿੱਚ ਆਏ ਛੋਟੇ ਪ੍ਰਸ਼ਨਾਂ ਦੀ ਦੁਹਰਾਈ। ਨੰਦ ਲਾਲ ਨੂਰਪੁਰੀ ਦੀ ਕਿਸੇ ਕਵਿਤਾ ਦਾ ਨਾਂ ਲਿਖੋ। ਜਿਉਂਦੇ ਭਗਵਾਨ। ਜਿਉਂਦੇ ਭਗਵਾਨ ਕਵਿਤਾ ਵਿੱਚ ਕਿਹੋ ਜਿਹੇ ਭਾਵ ਅੰਕਿਤ ਹਨ? ਜਿਉਂਦੇ ਭਗਵਾਨ ਕਵਿਤਾ ਵਿੱਚ ਦੇਸ਼ ਭਗਤੀ ਭਰੇ ਭਾਵ ਅੰਕਿਤ ਹਨ। ਗੱਭਰੂ ਪੁੱਤਰਾਂ ਨੂੰ ਕੌਣ ਉਡੀਕ ਰਿਹਾ ਹੈ? ਬੁੱਢੇ ਮਾਂ ਬਾਪ। ਗੱਭਰੂਆਂ ਦੇ ਹੱਥਾਂ ਵਿੱਚ ਕੀ ਬੰਨੇ ਹੋਏ ਹਨ? ਗੱਭਰੂਆਂ ਦੇ ਹੱਥਾਂ ਵਿੱਚ ਸ਼ਗਨਾਂ ਦੇ ਗਾਨੇ ਬੰਨੇ ਹੋਏ ਹਨ। ਬੰਦੇ ਕਿਸ ਚੀਜ਼ ਲਈ ਤਰ੍ਹਾਂ ਤਰ੍ਹਾਂ ਦੇ ਪਾਪੜ ਵੇਲਦੇ ਹਨ? ਬੰਦੇ ਜੀਵਨ ਲਈ ਤਰ੍ਹਾਂ ਤਰ੍ਹਾਂ ਦੇ ਪਾਪੜ ਵੇਲਦੇ ਹਨ। ਨੌਜਵਾਨਾਂ ਨੇ ਕਿਸ ਦੀ ਛਾਤੀ ਉੱਤੇ ਬੈਠ ਕੇ ਆਪ ਹੀ ਮੌਤ ਮੰਗ ਲਈ? ਨੌਜਵਾਨਾਂ ਨੇ ਸ਼ੇਰਾਂ ਦੀ ਛਾਤੀ 'ਤੇ ਬੈਠ ਕੇ ਆਪ ਹੀ ਮੌਤ ਮੰਗ ਲਈ।
ਦੇਸ਼ ਤੇ ਕੌਮ ਤੋਂ ਬਿਨਾਂ ਸਾਰੇ ਕੰਮ ਕੀ ਅਖਵਾ ਸਕਦੇ ਹਨ? ਦੇਸ਼ ਤੇ ਕੌਮ ਤੋਂ ਬਿਨਾਂ ਸਾਰੇ ਕੰਮ ਝੂਠੇ ਅਖਵਾ ਸਕਦੇ ਹਨ। ਕਵੀ ਲੋਕਾਂ ਨੂੰ ਕਿਹਨਾਂ ਦੀ ਪੂਜਾ ਕਰਨ ਲਈ ਕਹਿੰਦਾ ਹੈ? ਕਵੀ ਲੋਕਾਂ ਨੂੰ ਦੇਸ਼ ਦੀ ਖਾਤਰ ਕੁਰਬਾਨ ਹੋਣ ਵਾਲਿਆਂ ਦੀ ਪੂਜਾ ਕਰਨ ਲਈ ਕਹਿੰਦਾ ਹੈ। ਜਿਉਂਦੇ ਭਗਵਾਨ ਕਵਿਤਾ ਵਿੱਚ ਕਵੀ ਭਗਵਾਨ ਕਿਹਨਾਂ ਨੂੰ ਕਹਿੰਦਾ ਹੈ? ਜਿਉਂਦੇ ਭਗਵਾਨ ਕਵਿਤਾ ਵਿੱਚ ਕਵੀ ਭਗਵਾਨ ਦੇਸ਼ ਕੌਮ ਦੇ ਸ਼ਹੀਦਾਂ ਨੂੰ ਕਹਿੰਦਾ ਹੈ। ਕਵੀ ਸ਼ਹੀਦ ਦੇਸ਼ ਭਗਤਾਂ ਨੂੰ ਕਿਸ ਦਾ ਦਰਜਾ ਦਿੰਦਾ ਹੈ? ਕਵੀ ਸ਼ਹੀਦ ਦੇਸ਼ ਭਗਤਾਂ ਨੂੰ ਜਿਉਂਦੇ ਭਗਵਾਨ ਦਾ ਦਰਜਾ ਦਿੰਦਾ ਹੈ। ਤੇ ਚਲੋ ਬੱਚੇ, ਹੁਣ ਕਰਦੇ ਹਾਂ ਆਪਾਂ ਆਨੰਦ ਲਾਲ ਨੂਰਪੁਰੀ ਜੀ ਦੀ ਲਿਖੀ ਹੋਈ ਅਗਲੀ ਕਵਿਤਾ ਰਾਵੀ ਤੇ ਚਨਾਹ, ਜਿਸ ਦੇ ਵਿੱਚ ਕਿ ਇਹਨਾਂ ਨੇ ਜਿਹੜੀ ਇੱਕ ਨਵੀਂ ਜਿਹੜੀ ਸਹੁਰੇ ਘਰ ਆਈ, ਆਪਣੀ ਖੂਬਸੂਰਤੀ ਤੇ ਪਿਆਰ ਵੰਡਣ ਵਾਲੀ, ਨੱਚ ਨੱਚ ਕੇ ਪੀੜ੍ਹਾਂ ਨੂੰ ਜਿੱਤਣ ਵਾਲੀ ਤੇ ਸਭ ਦੀ ਪ੍ਰਸ਼ੰਸਾ ਦਾ ਆਨੰਦ ਮਾਣ ਰਹੀ ਮੁਟਿਆਰ ਦੇ ਹਾਵ ਭਾਵ ਨੂੰ ਅੰਕਿਤ ਕੀਤਾ ਹੈ। ਤਾਂ ਚਲੋ ਕਰਦੇ ਹਾਂ ਇਸ ਕਵਿਤਾ ਨੂੰ। ਮੇਰੇ ਸਹੁਰਿਆਂ ਨੇ ਜਿੱਤ ਜਿੱਤ ਨਾਂ ਰੱਖਿਆ, ਕਿਹਨੇ ਰਾਵੀ ਰੱਖਿਆ ਤੇ ਚਨਾਹ ਰੱਖਿਆ। ਇਸ ਕਵਿਤਾ ਦੇ ਵਿੱਚ ਜਿਹੜੀ ਮੁਟਿਆਰ ਹੈ ਉਹ ਕਹਿੰਦੀ ਹੈ ਕਿ ਮੇਰੀ ਖੂਬਸੂਰਤ ਤੇ ਪਿਆਰ ਭਰੀ ਸ਼ਖਸੀਅਤ ਤੋਂ ਪ੍ਰਭਾਵਿਤ ਹੋਏ ਮੇਰੇ ਸਹੁਰਿਆਂ ਵਿੱਚ ਇੱਕ ਦੂਜੇ ਤੋਂ ਸੋਹਣਾ ਅਤੇ ਢੁਕਵਾਂ ਨਾਂ ਰੱਖਣ ਦਾ ਮੁਕਾਬਲਾ ਕਰਦਿਆਂ ਕਿਸੇ ਨੇ ਮੈਨੂੰ ਪਿਆਰ ਨਾਲ ਉਛਲਦੀ ਦੇਖ ਕੇ ਮੇਰਾ ਨਾਂ ਰਾਵੀ ਰੱਖਿਆ ਤੇ ਕਿਸੇ ਨੇ ਪਿਆਰ ਦੀ ਵਹਿੰਦੀ ਚਨਾਹ ਨਦੀ ਰੱਖਿਆ। ਜਾਂ ਮੈਂ ਫੁੱਲਾਂ ਭਰੇ ਘੁੰਡ ਸਰਕਾਏ ਹੱਸ ਕੇ ਝੱਟ ਵੇਲਾ ਨਾਲ ਭਰ ਗਏ ਨਸੀਬ ਸੱਸ ਦੇ। ਤੇ ਫਿਰ ਉਹ ਕਹਿੰਦੀ ਹੈ ਕਿ ਜਦੋਂ ਮੈਂ ਵਿਆਹੀ ਆਈ ਨੇ ਹੱਸ ਕੇ ਆਪਣੇ ਮੂੰਹ ਤੋਂ ਫੁੱਲਾਂ ਭਰੀ ਚੁੰਨੀ ਦਾ ਘੁੰਡ ਸਰਕਾਇਆ ਤਾਂ ਇਸ ਨਾਲ ਮੇਰੀ ਸੱਸ ਦੇ ਭਾਗ ਹਰੀਆਂ ਭਰੀਆਂ ਵੇਲਾਂ ਨਾਲ ਭਰ ਗਏ, ਅਰਥਾਤ ਘਰ ਵਿੱਚ ਖੁਸ਼ੀਆਂ ਦੀ ਬਹਾਰ ਆ ਗਈ। ਸਾਡੀ ਧੁੱਪ ਨੂੰ ਬਣਾਏ ਲੋਕਾਂ ਛਾਂ ਰੱਖਿਆ, ਮੇਰੇ ਸਹੁਰਿਆਂ ਨੇ ਜਿੱਤ ਜਿੱਤ ਨਾਂ ਰੱਖਿਆ। ਤੇ ਲੋਕ ਮੇਰੀ ਖੂਬਸੂਰਤੀ ਤੇ ਪਿਆਰ ਦੀ ਧੁੱਪ ਨੂੰ ਛਾਂ ਵਾਂਗ ਮਾਨਣ ਲੱਗੇ ਸਨ। ਉੱਥੇ ਸੌਣ ਦੇ ਮਹੀਨੇ ਵਿੱਚ ਤੀਆਂ ਲੱਗੀਆਂ, ਸਾਡੇ ਵਿੱਚ ਕੋਈ ਨਾ ਠੱਗ ਫੇਰ ਹੋਈਆਂ ਠੱਗੀਆਂ। ਤੇ ਮੁਟਿਆਰ ਕਹਿੰਦੀ ਹੈ ਕਿ ਮੇਰੇ ਸਹੁਰੇ ਪਿੰਡ ਵਿੱਚ ਜਦੋਂ ਸਾਉਣ ਦੇ ਮਹੀਨੇ ਵਿੱਚ ਲੱਗੀਆਂ ਤੀਆਂ ਵਿੱਚ ਅਸੀਂ ਇਕੱਠੀਆਂ ਹੋ ਕੇ ਨੱਚੀਆਂ ਤੇ ਗਾਇਆ ਤਾਂ ਸਾਡੇ ਵਿੱਚ ਭਾਵੇਂ ਕੋਈ ਵੀ ਠੱਗਣੀ ਨਹੀਂ ਸੀ, ਪਰ ਫਿਰ ਵੀ ਸਾਡੇ ਹੁਸਨ ਤੇ ਅਦਾਵਾਂ ਨੇ ਬਹੁਤ ਸਾਰੇ ਨੌਜਵਾਨਾਂ ਦੇ ਦਿਲਾਂ ਨੂੰ ਠੱਗ ਲਿਆ। ਫਿਰ ਠੱਗੀਆਂ ਦਾ ਮੇਰੇ ਤੇ ਨਿਆਂ ਰੱਖਿਆ, ਮੇਰੇ ਸਹੁਰਿਆਂ ਨੇ ਜਿੱਤ ਜਿੱਤ ਨਾਂ ਰੱਖਿਆ। ਕਹਿੰਦੀ ਫਿਰ ਠੱਗੇ ਹੋਏ ਨੌਜਵਾਨਾਂ ਨੇ ਨਿਆਂ ਦੀ ਆਸ ਵੀ ਮੇਰੇ ਤੋਂ ਹੀ ਕੀਤੀ ਤੇ ਮੇਰੇ ਸਹੁਰਿਆਂ ਨੇ ਜਿੱਤ ਜਿੱਤ ਕੇ ਮੇਰਾ ਨਾਂ ਰੱਖਿਆ ਸੀ। ਮੈਨੂੰ ਮੱਲੋ ਮੱਲੀ ਗਿੱਧੇ 'ਚ ਨਚਾਉਣ ਵਾਲੀਆਂ ਸਭੇ ਹੋ ਗਈਆਂ ਬੇਹੋਸ਼ ਗਿੱਧਾ ਪਾਉਣ ਵਾਲੀਆਂ। ਮੁਟਿਆਰ ਕਹਿੰਦੀ ਹੈ ਕਿ ਤੀਆਂ ਵਿੱਚ ਮੈਨੂੰ ਜਿਨ੍ਹਾਂ ਨੇ ਮੱਲੋ ਮੱਲੀ ਨੱਚਣ ਲਈ ਲਾਇਆ ਸੀ, ਜਿਹੜੀਆਂ ਹੋਰ ਗਿੱਧਾ ਪਾ ਰਹੀਆਂ ਸਨ, ਮੇਰੇ ਨਾਚ ਨੂੰ ਵੇਖ ਕੇ ਸਾਰੀਆਂ ਕੀ ਹੋ ਗਈਆਂ? ਬੇਹੋਸ਼ ਹੋ ਗਈਆਂ। ਸਾਰਾ ਹੱਥਾਂ 'ਤੇ ਨਚਾਈ ਮੈਂ ਗਿਰਾ ਰੱਖਿਆ, ਮੇਰੇ ਸਹੁਰਿਆਂ ਨੇ ਜਿੱਤ ਜਿੱਤ ਨਾਂ ਰੱਖਿਆ। ਤੇ ਫਿਰ ਉਹ ਕਹਿੰਦੇ ਇਸ ਤਰ੍ਹਾਂ ਮੈਂ ਸਹੁਰਿਆਂ ਦਾ ਸਾਰਾ ਪਿੰਡ ਆਪਣੇ ਹੱਥਾਂ 'ਤੇ ਨਚਾਈ ਰੱਖਿਆ ਤੇ ਕੋਈ ਮੇਰੇ ਮੁਕਾਬਲੇ ਵਿੱਚ ਟਿਕ ਨਾ ਸਕਿਆ। ਮੈਨੂੰ ਝਾਂਜਰਾਂ ਕਢਾ ਕੇ ਉਹਨਾਂ ਹੋਰ ਦਿੱਤੀਆਂ, ਨਿਉ ਮਿੱਥ ਮਿੱਥ ਗਿੱਧਿਆਂ ਦੇ ਪਿੜ ਜਿੱਤੀਆਂ। ਫਿਰ ਮੁਟਿਆਰ ਕਹਿੰਦੀ ਹੈ ਕਿ ਮੈਨੂੰ ਮੇਰੇ ਸਹੁਰਿਆਂ ਨੇ ਨੱਚਣ ਲਈ ਨਵੀਆਂ ਝਾਂਜਰਾਂ ਬਣਵਾ ਕੇ ਦਿੱਤੀਆਂ। ਉਹਨਾਂ ਝਾਂਜਰਾਂ ਨੇ ਮਿੱਥ ਮਿੱਥ ਕੇ ਗਿੱਧਿਆਂ ਦੇ ਪਿੜਾਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ। ਮੇਰਾ ਰੂਪ ਵਡਿਆਈ ਹਰ ਥਾਂ ਰੱਖਿਆ, ਮੇਰੇ ਸਹੁਰਿਆਂ ਨੇ ਜਿੱਤ ਜਿੱਤ ਨਾਂ ਰੱਖਿਆ। ਤੇ ਫਿਰ ਉਹ ਕਹਿੰਦੀ ਹੈ ਕਿ ਗਿੱਧੇ ਵਿੱਚ ਜਿੱਤ ਪ੍ਰਾਪਤ ਕਰਨ ਦੇ ਨਾਲ ਹੀ ਮੇਰੇ ਰੂਪ ਦੀ ਹਰ ਥਾਂ ਜਿਹੜੀ ਪ੍ਰਸ਼ੰਸਾ ਸੀ ਉਹ ਵੀ ਹੋਈ ਤੇ ਮੇਰੇ ਸਹੁਰਿਆਂ ਨੇ ਮੇਰਾ ਨਾਂ ਜਿਹੜਾ ਸੀ ਉਹ ਜਿੱਤ ਜਿੱਤ ਰੱਖਿਆ ਸੀ। ਮੇਰੇ ਨੂਰਪੁਰੀ ਭਾਗਾਂ ਦੇ ਹਿਸਾਬ ਦੱਸਦਾ, ਮੇਰੀ ਆਰਸੀ ਦੇ ਸ਼ੀਸ਼ੇ 'ਚ ਪੰਜਾਬ ਵਸਦਾ। ਆਰਸੀ ਜਿਹੜੀ ਹੁੰਦਾ ਉਹ ਹੱਥ ਦੇ ਅੰਗੂਠੇ ਵਿੱਚ ਪਹਿਨਿਆ ਜਾਣ ਵਾਲਾ ਇਸਤਰੀਆਂ ਦਾ ਇੱਕ ਗਹਿਣਾ ਹੁੰਦਾ ਹੈ ਜਿਸ ਵਿੱਚ ਸ਼ੀਸ਼ਾ ਲੱਗਾ ਹੁੰਦਾ ਹੈ, ਠੀਕ ਹੈ। ਤੇ ਮੁਟਿਆਰ ਕਹਿੰਦੀ ਹੈ ਕਿ ਸਹੁਰੇ ਘਰ ਵਿੱਚ ਮੇਰੇ ਭਾਗਾਂ ਵਿੱਚ ਬਹੁਤ ਹੀ ਵਡਿਆਈ ਤੇ ਪ੍ਰਸ਼ੰਸਾ ਹੁੰਦੀ ਹੈ। ਨੂਰਪੁਰੀ ਦਾ ਹਿਸਾਬ ਵੀ ਇੱਥੋਂ ਹੀ ਦੱਸਦਾ ਹੈ ਕਿ ਉਹ ਤਾਂ ਮੇਰੀ ਆਰਸੀ ਦੇ ਸ਼ੀਸ਼ੇ ਵਿੱਚ ਸਾਰਾ ਪੰਜਾਬੀ ਸੱਭਿਆਚਾਰ ਵਸਦਾ ਹੋਇਆ ਦਿਖਾਈ ਦਿੰਦਾ ਹੈ। ਉਹਨੇ ਨਵੇਂ ਗੀਤ ਦੇਣ ਦਾ ਹਿਆਰ ਰੱਖਿਆ, ਮੇਰੇ ਸਹੁਰਿਆਂ ਨੇ ਜਿੱਦ ਜਿੱਦ ਨਾਂ ਰੱਖਿਆ। ਤੇ ਫਿਰ ਉਹ ਕਹਿੰਦੀ ਹੈ ਕਿ ਇਸ ਕਰਕੇ ਉਸ ਨੇ ਯਾਨੀ ਕਿ ਨੂਰਪੁਰੀ ਨੇ ਹਮੇਸ਼ਾ ਮੇਰੀ ਪ੍ਰਸ਼ੰਸਾ ਤੇ ਵਡਿਆਈ ਸੰਬੰਧੀ ਨਵੇਂ ਗੀਤ ਲਿਖੇ ਰਹਿਣ ਦਾ
ਹੌਸਲਾ ਰੱਖਿਆ ਹੈ। ਅਤੇ ਬੜੀ ਹੀ ਸੁੰਦਰ ਕਵਿਤਾ ਸੀ ਇੱਕ ਨਵੀਂ ਵਿਆਹੀ ਆਈ ਮੁਟਿਆਰ ਦੀ, ਜੋ ਕਿ ਉਸਨੇ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਆਪਣੀ ਹੋਣ ਵਾਲੀ ਪ੍ਰਸ਼ੰਸਾ ਦਾ ਜ਼ਿਕਰ ਕਰਦਿਆਂ ਗਾਈ ਹੈ। ਅਤੇ ਹੁਣ ਆਪਾਂ ਕਰਦੇ ਹਾਂ ਕਿ ਇਸ ਦਾ ਅੰਤਰੀ ਭਾਵ ਕੀ ਹੋ ਸਕਦਾ ਹੈ। ਅੰਤਰੀ ਭਾਵ ਇਹਦਾ ਇਹੀ ਹੈ ਕਿ ਇੱਕ ਖੂਬਸੂਰਤ ਪਿਆਰ ਵੰਡਣ ਵਾਲੀ, ਨੱਚ ਨੱਚ ਕੇ ਪਿੜ ਜਿੱਤਣ ਵਾਲੀ, ਜਿਹੜੀ ਪ੍ਰਭਾਵਸ਼ਾਲੀ ਸ਼ਖਸੀਅਤ ਦੀ ਇੱਕ ਮੁਟਿਆਰ ਸਹੁਰੇ ਘਰ ਵਿੱਚ ਪ੍ਰਸ਼ੰਸਾ ਦੀ ਪਾਤਰ ਬਣਦੀ ਹੈ। ਜੋ ਵੀ ਮੁਟਿਆਰ ਆਪਣੇ ਘਰ ਵਿੱਚ ਜਾ ਕੇ, ਆਪਣੇ ਸਹੁਰੇ ਪਰਿਵਾਰ ਦੇ ਵਿੱਚ ਜਾ ਕੇ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਖੁਸ਼ ਰਹਿੰਦੀ ਹੈ ਅਤੇ ਪਿਆਰ ਅਤੇ ਖੁਸ਼ੀਆਂ ਅਤੇ ਹਾਸੇ ਖੇਡੇ ਜਿਹੜੇ ਹੈ ਉਹ ਕਰਦੀ ਹੈ, ਉਸਨੂੰ ਹਮੇਸ਼ਾ ਕੀ ਹੁੰਦੀ ਹੈ, ਪ੍ਰਸ਼ੰਸਾ ਮਿਲਦੀ ਹੈ ਅਤੇ ਆਦਰ ਮਾਣ ਮਿਲਦਾ ਹੈ। ਇਸ ਤੋਂ ਮੁਟਿਆਰ ਨੂੰ ਵੀ ਬਹੁਤ ਖੁਸ਼ੀ ਅਤੇ ਹੁਲਾਰਾ ਜਿਹੜਾ ਹੈ ਉਹ ਮਿਲਦਾ ਹੈ। ਤਾਂ ਕਰਦੇ ਹਾਂ ਇਸ ਵਿੱਚ ਆਏ ਮੇਨ ਜਿਹੜੇ ਪ੍ਰਸ਼ਨ ਹੈ। ਨੰਦ ਲਾਲ ਨੂਰਪੁਰੀ ਦੀ ਕਿਸੇ ਕਵਿਤਾ ਦਾ ਨਾਂ ਲਿਖੋ। ਰਾਵੀ ਤੇ ਚਨਾਹ ਗੀਤ ਦੀ ਨਾਇਕਾ ਕੌਣ ਹੈ? ਸਹੁਰੇ ਘਰ ਆਈ ਨਵੀਂ ਵਿਆਹੀ ਕੁੜੀ। ਰਾਵੀ ਦੇ ਚਨਾਹ ਨਦੀ ਦੀ ਸੱਸ ਦੇ ਭਾਗ ਕਿਸ ਚੀਜ਼ ਨਾਲ ਭਰ ਗਏ? ਰਾਵੀ ਦੇ ਚਨਾਹ ਨਦੀ ਦੀ ਸੱਸ ਦੇ ਭਾਗ ਵੇਲਾਂ ਨਾਲ ਭਰ ਗਏ। ਮੁਟਿਆਰ ਦੇ ਹੁਸਨ ਦੇ ਅਦਾਵਾਂ ਨੇ ਕਿਸ ਦੇ ਦਿਲਾਂ ਨੂੰ ਠੱਗ ਲਿਆ? ਮੁਟਿਆਰ ਦੇ ਹੁਸਨ ਦੇ ਅਦਾਵਾਂ ਨੇ ਸਭ ਨੌਜਵਾਨਾਂ ਦੇ ਦਿਲਾਂ ਨੂੰ ਠੱਗ ਲਿਆ। ਠੱਗੇ ਗਏ ਨੌਜਵਾਨਾਂ ਨੇ ਨਿਆਂ ਦੀ ਆਸ ਵੀ ਕਿਸ ਤੋਂ ਕੀਤੀ? ਠੱਗੇ ਗਏ ਨੌਜਵਾਨਾਂ ਨੇ ਨਿਆਂ ਦੀ ਆਸ ਮੁਟਿਆਰ ਤੋਂ ਕੀਤੀ। ਨਵੀਂ ਵਿਆਹੀ ਕੁੜੀ ਨੂੰ ਸਹੁਰੇ ਘਰ ਵਿੱਚ ਕੀ ਪ੍ਰਾਪਤ ਹੋਇਆ? ਨਵੀਂ ਵਿਆਹੀ ਕੁੜੀ ਨੂੰ ਸਹੁਰੇ ਘਰ ਵਿੱਚ ਪਿਆਰ ਤੇ ਮਾਣ ਪ੍ਰਾਪਤ ਹੋਇਆ। ਨਵੀਂ ਵਿਆਹੀ ਆਈ ਕੁੜੀ ਦੇ ਸਹੁਰਿਆਂ ਨੇ ਉਸਦੀ ਕਿਹੜੀ ਵਿਸ਼ੇਸ਼ਤਾ ਦੀ ਹਰ ਥਾਂ ਵਡਿਆਈ ਕੀਤੀ ਹੈ? ਨਵੀਂ ਵਿਆਹੀ ਆਈ ਕੁੜੀ ਦੇ ਸਹੁਰਿਆਂ ਨੇ ਉਸਦੀ ਰੂਪ ਦੀ ਸੁੰਦਰਤਾ ਦੀ ਵਡਿਆਈ ਹਰ ਥਾਂ ਕੀਤੀ ਹੈ। ਸਹੁਰੇ ਘਰ ਵਿੱਚ ਨਵੀਂ ਵਿਆਹੀ ਆਈ ਕੁੜੀ ਨੂੰ ਨੱਚਣ ਲਈ ਕਿਹੜਾ ਗਹਿਣਾ ਬਣਵਾ ਕੇ ਦਿੱਤਾ ਗਿਆ? ਝਾਂਜਰਾਂ। ਮੁਟਿਆਰਾਂ ਨੇ ਸਹੁਰਿਆਂ ਦਾ ਸਾਰਾ ਪਿੰਡ ਕਿਸ ਤੇ ਨਚਾਇਆ? ਹੱਥਾਂ ਉੱਤੇ। ਤੇ ਮੁਟਿਆਰਾਂ ਦੀ ਆਰਸੀ ਦੇ ਸ਼ੀਸ਼ੇ ਵਿੱਚ ਕੀ ਵਸਦਾ ਦਿਖਾਈ ਦਿੰਦਾ ਹੈ? ਮੁਟਿਆਰਾਂ ਦੀ ਆਰਸੀ ਦੇ ਸ਼ੀਸ਼ੇ ਦੇ ਵਿੱਚ ਸਾਰਾ ਪੰਜਾਬ ਵਸਦਾ ਹੋਇਆ ਦਿਖਾਈ ਦਿੰਦਾ ਹੈ। ਤਾਂ ਇਹ ਸੀ ਬੱਚਿਓ ਨੰਦ ਲਾਲ ਨੂਰਪੁਰੀ ਜੀ ਦੇ ਦੁਆਰਾ ਲਿਖੀਆਂ ਹੋਈਆਂ ਕਵਿਤਾਵਾਂ ਮਾਤਾ ਗੁਜਰੀ ਨੂੰ, ਜਿਉਂਦੇ ਭਗਵਾਨ ਅਤੇ ਰਾਵੀ ਦੀ ਚਨਾਹ। ਉਮੀਦ ਕਰਦੀ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਵੇਖਿਆ ਹੋਵੇਗਾ ਅਤੇ ਤੁਹਾਨੂੰ ਇਹ ਤਿੰਨੋਂ ਕਵਿਤਾਵਾਂ ਬੜੀ ਚੰਗੀ ਤਰ੍ਹਾਂ ਸਮਝ ਆ ਗਈਆਂ ਹੋਣਗੀਆਂ। ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ ਜੀ, ਰੱਬ ਰਾਖਾ।